दरबारे खालसा टीवी ते तुहाडा स्वागत है। मैं हरपिंदर सिंह कोटकपूरा। गुरफतेह प्रवान करनी। वाहिगुरू जी का खालसा, वाहिगुरू जी की फतेह। गुरु सवारियो, अज हालात कुछ अजिहे मोड़ ते खड़े ने कि सरकारां कारपोरेट घराणिਆਂ ਦੇ ਦਬਾਅ ਹੇਠ ਬੜੀ ਕਾਹਲੀ ਦੇ ਨਾਲ ਲੋਕ ਵਿਰੋਧੀ ਕਾਨੂੰਨ ਉਹਨਾਂ ਨੂੰ ਪਹਿਲਾਂ ਆਰਡੀਨੈਂਸਸ ਦੇ ਰੂਪ ਚ ਲਿਆਂਦਾ ਤੇ ਉਸ ਤੋਂ ਬਾਅਦ ਪਾਰਲੀਮੈਂਟਸ ਦੇ ਸੈਸ਼ਨਸ ਦੇ ਵਿੱਚ ਜਿਸ ਤਰੀਕੇ ਲੋਕਤੰਤਰਾਂ ਦੇ ਕਤਲ ਕਰਕੇ ਪਾਸ ਕਰਵਾਏ ਨੇ, ਉਹ ਦਿਸ ਰਿਹਾ ਹੈ ਕਿ ਅੱਜ ਸਰਕਾਰਾਂ ਕਾਰਪੋਰੇਟ ਦੀ ਪਿੱਠ ਤੇ ਜਾਂ ਕਾਰਪੋਰੇਟਾਂ ਨੇ, ਜੇ ਇਹ ਸ਼ਬਦ ਵਰਤ ਲਈਏ ਕਿ ਕਾਰਪੋਰੇਟ ਘਰਾਣਿਆਂ ਨੇ ਸਰਕਾਰਾਂ ਨੂੰ ਇਸ ਕਦਰ ਗੁਲਾਮ ਬਣਾ ਲਿਆ ਜਿੱਥੋਂ ਉਹਨਾਂ ਵਾਸਤੇ ਉਸ ਗੁਲਾਮੀ ਚੋਂ ਬਾਹਰ ਨਿਕਲਣਾ ਬੜਾ ਔਖਾ ਹੋਇਆ। ਜਿਸ ਤਰੀਕੇ ਪਿਛਲੇ ਦਿਨਾਂ ਤੋਂ ਲੈ ਕੇ ਜਦੋਂ ਤੋਂ ਇਹ ਮਹਾਮਾਰੀ ਰੋਗ ਐਕਟ ਲਾਗੂ ਕੀਤਾ ਹੈ, ਉਸ ਦਿਨ ਤੋਂ ਲੈ ਕੇ ਜਿਸ ਤਰ੍ਹਾਂ ਲੋਕ ਆਵਾਜ਼ ਨੂੰ ਦਬਾਉਣ ਵਾਸਤੇ ਹਾਲਾਤ ਬਣਾਏ ਜਾ ਰਹੇ ਨੇ ਤੇ ਇਹਨਾਂ ਸਮਿਆਂ ਦੇ ਵਿੱਚ ਧਾਰਾ 144 ਵਰਗੀਆਂ ਧਾਰਾਵਾਂ ਲਾ ਕੇ ਕਿ ਅਸੀਂ ਲੋਕ ਇਕੱਠ ਨਹੀਂ ਹੋਣ ਦੇਣਾ, ਲੋਕਾਂ ਨੂੰ 5 ਤੋਂ ਵੱਧ 4 ਤੋਂ ਵੱਧ ਇਕੱਠੇ ਨਹੀਂ ਹੋਣ ਦੇਣਾ, ਤਾਂ ਕਿ ਕਿਸੇ ਕਿਸਮ ਦਾ ਲੋਕ ਵਿਰੋਧ ਜਿਹੜਾ ਹੈ ਉਹ ਪੈਦਾ ਨਾ ਹੋ ਸਕੇ, ਲੋਕਾਂ ਦਾ ਇਕੱਠ ਨਾ ਬਣ ਸਕੇ। ਜੇ ਇਕੱਠ ਬਣਦਾ ਤੇ ਲੋਕ ਵਿਰੋਧ ਪੈਦਾ ਹੁੰਦੇ ਨੇ, ਲੋਕਾਂ ਨੂੰ ਡਰਾਇਆ ਜਾਵੇ। ਇਸ ਸਾਰੇ ਕਾਸੇ ਨੂੰ ਇਸੇ ਤਰੀਕੇ ਨਾਲ ਹੀ ਚਲਾਇਆ ਜਾ ਰਿਹਾ ਸੀ ਕਿ ਜੇਕਰ ਲੋਕ ਡਰਨਗੇ, ਲੋਕ ਤੇ ਸ਼ਾਇਦ ਉਹ ਇਸ ਗੱਲ ਨੂੰ ਇਸ ਭੁਲੇਖੇ 'ਚ ਸੀ ਕਿ ਸ਼ਾਇਦ ਅਸੀਂ ਲੋਕ ਵਿਰੋਧੀ ਕਾਨੂੰਨ ਜਾਂ ਕਾਰਪੋਰੇਟ ਪੱਖੀ ਕਾਨੂੰਨ ਜਲਦੀ ਹੋਂਦ 'ਚ ਲਿਆ ਕੇ ਇਹਨਾਂ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਾਇਆ ਹੈ, ਜੋ ਸਰਮਾਇਆ, ਇਹਨੂੰ ਹੋਰ ਜ਼ਿਆਦਾ ਉੱਚਾ ਚੱਕ ਕੇ ਲੈ ਜਾਵਾਂਗੇ। ਇੱਕ ਗੁਲਾਮ ਮਨੁੱਖ ਜਿਹੜਾ ਹੈ, ਜਿਸ ਤਰ੍ਹਾਂ ਰੋਬੋਟਸ ਦੀ ਸ਼ਕਲ 'ਚ ਅਸੀਂ ਕਹਿ ਲਈਏ ਕਿ ਰੋਬੋਟਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਰੋਬੋਟਸ ਤਿਆਰ ਕੀਤੇ ਜਾ ਸਕਣ। ਕੁਝ ਇਸ ਤਰ੍ਹਾਂ ਦੇ ਵਰਤਾਰੇ ਬੀਤੇ ਦਿਨਾਂ ਤੋਂ ਹੋਏ, ਉਹ ਕਾਨੂੰਨ ਜਿਨ੍ਹਾਂ ਨੂੰ ਪਾਰਲੀਮੈਂਟ ਦੇ ਸੈਸ਼ਨਸ ਦੇ ਵਿੱਚ ਲਿਆਉਣਾ ਬਣਦਾ ਸੀ, ਜਿਹੜੇ ਬਿੱਲ ਦੇ ਰੂਪ 'ਚ ਆਉਣੇ ਚਾਹੀਦੇ ਸੀ, ਉਹਨਾਂ ਨੂੰ ਆਰਡੀਨੈਂਸਸ ਦੇ ਰੂਪ 'ਚ ਲਿਆਂਦਾ ਗਿਆ। ਆਰਡੀਨੈਂਸ ਉਹ ਕਾਨੂੰਨ ਹੁੰਦਾ, ਉਹ ਸਿਸਟਮ ਹੁੰਦਾ। ਮੈਂ ਥੋੜਾ ਜਿਹਾ ਸਾਦੀ ਭਾਸ਼ਾ 'ਚ ਗੱਲ ਕਰਾਂ ਕਿ ਆਰਡੀਨੈਂਸ ਕੀ ਹੁੰਦਾ। ਆਰਡੀਨੈਂਸ ਉਹ ਸਿਸਟਮ ਹੈ ਜਿਹਦੇ ਜ਼ਰੀਏ ਜਦੋਂ ਬਹੁਤ ਜ਼ਿਆਦਾ ਵੱਡੀ ਐਮਰਜੈਂਸੀ ਲੱਗੀ ਹੋਵੇ ਤੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਨਾ ਜਾ ਸਕਦਾ ਹੋਵੇ ਤਾਂ ਆਰਜੀ ਤੌਰ ਤੇ ਇੱਕ ਕਾਨੂੰਨ ਕੈਬਨਿਟ ਪਾਸ ਕਰਦੀ ਹੈ, ਇੱਕ ਨਿਯਮ ਕੈਬਨਿਟ ਬਣਾਉਂਦੀ ਹੈ, ਜਿਹਨੂੰ ਪਾਰਲੀਮੈਂਟ ਦੇ ਵਿੱਚ ਬਾਅਦ ਦੇ ਵਿੱਚ ਜਿਸ ਨੂੰ ਮਨਜ਼ੂਰੀ ਲੈ ਲਈ ਜਾਂਦੀ ਹੈ। ਪਰ ਖੇਤੀ ਸੁਧਾਰ ਬਿੱਲ ਦੇ ਨਾਂ ਤੇ ਇੱਕ ਆਰਡੀਨੈਂਸ ਆਉਂਦਾ। ਇਹ ਕੋਈ ਐਮਰਜੈਂਸੀ ਹਾਲਾਤ ਨਹੀਂ ਸੀ ਕਿ ਇਸ ਵਾਸਤੇ ਆਰਡੀਨੈਂਸ ਲਿਆਂਦਾ ਜਾਂਦਾ ਤੇ ਉਸ ਆਰਡੀਨੈਂਸ ਨੂੰ ਜਿਸ ਤਰੀਕੇ ਬਾਅਦ ਦੇ ਵਿੱਚ ਪਾਰਲੀਮੈਂਟਸ ਦੇ ਦੋਨੋਂ ਸੈਸ਼ਨਸ ਤੇ ਦੋਨੋਂ ਸਭਾਵਾਂ ਦੇ ਵਿੱਚ ਪਾਸ ਕਰਵਾਇਆ, ਕਿੰਨੀ ਕਾਹਲੀ ਨਾਲ ਪਾਸ ਕਰਵਾਇਆ। ਛੁੱਟੀ ਦੇ ਦਿਨ ਸੀ, ਸ਼ਨੀਵਾਰ ਤੇ ਐਤਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਬੁਲਾਏ ਗਏ। ਉਹਨਾਂ ਸੈਸ਼ਨਸ ਦੇ ਵਿੱਚ ਜਿਵੇਂ ਵਾਇਸ ਵੋਟਿੰਗ ਦੇ ਜ਼ਰੀਏ ਇਹ ਕਿਹਾ ਜਾ ਰਿਹਾ ਕਿ ਵਾਇਸ ਵੋਟਿੰਗ ਦੇ ਜ਼ਰੀਏ ਇਸ ਕਾਨੂੰਨ ਨੂੰ, ਇਸ ਆਰਡੀਨੈਂਸ ਨੂੰ ਪਾਸ ਕਰਵਾਇਆ। ਇਹ ਵੀ ਸੱਤਾਧਾਰੀ ਧਿਰ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਇਸ ਇਸ਼ੂ ਤੇ ਵੋਟਿੰਗ ਨਹੀਂ ਕਰਵਾਈ। ਇਹ ਵਿਰੋਧੀ ਧਿਰਾਂ ਇਹ ਦੋਸ਼ ਲਾ ਰਹੀਆਂ ਨੇ, ਪਰ ਕਿਸੇ ਐਂਗਲ ਤੇ ਜਾ ਕੇ ਇਹ ਵਿਰੋਧੀ ਧਿਰਾਂ ਨੂੰ ਵੀ ਮੁਆਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਸਪਸ਼ਟ ਹੈ ਕਿ ਰਾਜ ਸਭਾ ਦਾ ਸੈਸ਼ਨ ਐਤਵਾਰ ਨੂੰ ਬੁਲਾਇਆ ਜਾਂਦਾ ਹੈ। ਇੱਕ ਅਹਿਮ ਮੁੱਦਾ ਜਿਹਦੇ 'ਚ ਖੇਤੀ ਸੈਕਟਰ ਦੇ ਵਿੱਚੋਂ ਸਰਕਾਰ ਆਪਣੇ ਜ਼ਿੰਮੇਵਾਰੀ ਤੋਂ ਮੁਕਤ ਹੋ ਰਹੀ ਹੈ, ਖਰੀਦ ਤੋਂ ਬਾਹਰ ਜਾ ਰਹੀ ਹੈ ਤਾਂ ਕਿ ਕਾਰਪੋਰੇਟ ਆਸਾਨੀ ਦੇ ਨਾਲ ਖਰੀਦ ਸਕਣ, ਉਸ ਕਾਨੂੰਨ ਨੂੰ ਲੈ ਕੇ ਸੈਸ਼ਨ ਬੁਲਾਇਆ ਜਾ ਰਿਹਾ, ਬਹਿਸ ਹੋਣ ਜਾ ਰਹੀ ਹੈ। ਤੇ ਕਿਸੇ ਵੀ ਪੋਲੀਟੀਕਲ ਧਿਰ ਨੇ, ਜਿਹੜੀ ਵਿਰੋਧੀ ਧਿਰ ਸੀ, ਕਿਸੇ ਇੱਕ ਸਿੰਗਲ ਧਿਰ ਨੇ ਵੀ ਜਿਹੜਾ ਆਪਣੇ ਪਾਰਲੀਮੈਂਟ ਮੈਂਬਰਸ ਨੂੰ ਉਸ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੇ ਪਾਬੰਦ ਹੋਣ ਸੰਬੰਧੀ ਵਿਪ ਜਾਰੀ ਨਹੀਂ ਕੀਤਾ, ਤਾਂ ਕਿ ਇਹ ਜੇਕਰ ਪਾਰਲੀਮੈਂਟ 'ਚ ਰਾਜ ਸਭਾ ਦੇ ਵਿੱਚ ਵੋਟਿੰਗ ਹੁੰਦੀ ਹੈ ਤੇ ਉਹ ਨੰਬਰ ਆਫ ਵੋਟਸ ਦੇ ਸਿਰ ਤੇ ਹੀ ਕਾਨੂੰਨ ਜਿਹੜਾ ਉਹ ਪਾਸ ਹੋਣਾ ਹੈ। ਰਾਜ ਸਭਾ ਦੀ ਜਿਹੜੀ ਪੋਜੀਸ਼ਨ ਹੈ ਉਹਦੇ ਬਾਰੇ ਮੈਂ ਥੋੜਾ ਦੱਸ ਦਿਆਂ ਕਿ ਰਾਜ ਸਭਾ ਦੇ ਵਿੱਚ ਕੁੱਲ 116 ਮੈਂਬਰ ਹਾਕਮ ਧਿਰ ਦੇ ਨੇ ਤੇ 245 ਦੀ ਜਿਹੜੀ ਰਾਜ ਸਭਾ ਹੈ ਉਹਦੇ ਵਿੱਚੋਂ ਤੁਸੀਂ ਕੈਲਕੂਲੇਸ਼ਨ ਖੁਦ ਕਰ ਸਕਦੇ ਹੋ ਕਿ 245 ਚੋਂ 116 ਮੈਂਬਰ ਜਿਹੜੇ ਐਨਡੀਏ ਦੇ ਨੇ, ਜਿਹਦੇ ਵਿੱਚੋਂ 3 ਮੈਂਬਰ ਅਕਾਲੀ ਦਲ ਦੇ ਨਾਲ ਰਿਲੇਟਡ ਹੈ, ਉਹ ਇਸ ਕਾਨੂੰਨ ਦਾ ਵਿਰੋਧ ਕਰ ਜਾਂਦੇ ਆ। ਪਰ ਇਸ ਗੱਲ ਦੇ ਬਾਵਜੂਦ ਵੀ ਰਾਜ ਸਭਾ ਦੇ ਵਿੱਚ ਇਹ ਕਾਨੂੰਨ ਬਣ ਜਾਂਦਾ ਹੈ, ਇਹ ਬਿੱਲ ਪਾਸ ਹੋ ਜਾਂਦਾ। ਮਾਫ ਕਰਨਾ, ਕਾਨੂੰਨ ਨਹੀਂ ਬਣਿਆ, ਇਹ ਬਿੱਲ ਪਾਸ ਹੋ ਜਾਂਦਾ ਹੈ। ਉੱਥੇ ਵੀ
ਜੇਕਰ VOTING ਵੀ ਹੁੰਦੀ ਤਾਂ 32 ਪਾਰਲੀਮੈਂਟ ਮੈਂਬਰ ਉਸ ਪਾਰਲੀਮੈਂਟ ਦੇ ਵਿੱਚੋਂ ਐਬਸੈਂਟ ਸੀ, ਜਿਹੜੇ ਬਿਨਾਂ ਕਿਸੇ ਕਾਰਨ ਐਬਸੈਂਟ ਦੱਸੇ ਜਾਂਦੇ ਆ। ਪੰਜਾਬ ਦੀ ਇੱਕ ਹਾਕਮ ਜਮਾਤ ਰਹੀ ਇੱਕ ਧਿਰ, ਜਿਹੜੀ ਅੱਜ ਕੇਂਦਰੀ ਵਜ਼ਾਰਤ ਚੋਂ ਬਾਹਰ ਹੋ ਚੁੱਕੀ ਹੈ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਉਹਨਾਂ ਵੱਲੋਂ ਵਾਰ-ਵਾਰ ਇਹ ਬਿਆਨ ਪਹਿਲਾਂ ਲੰਬਾ ਸਮਾਂ ਇਹਦੀ ਵਕਾਲਤ ਕੀਤੀ ਗਈ ਕਿ ਇਹ ਕਾਨੂੰਨ ਜਿਹੜਾ ਆ ਰਿਹਾ ਹੈ ਕਾਨੂੰਨ, ਇਹ ਕਿਸਾਨ ਦੇ ਪੱਖ 'ਚ ਹੈ, ਇਹਦੇ ਨਾਲ ਕਿਸਾਨ ਖੁਸ਼ਹਾਲ ਹੋਣਗੇ। ਪਰ ਜਦ ਦਬਾਅ ਵਧਿਆ ਤਾਂ ਉਹਨਾਂ ਨੂੰ ਇਸ ਗੱਲ ਤੋਂ ਪਿੱਛੇ ਹਟਣਾ ਪਿਆ। ਕੁਝ ਸਮੇਂ ਤੱਕ ਉਹ ਇਹ ਵੀ ਕਹਿੰਦੇ ਰਹੇ, ਜਿਸ ਗੱਲ ਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਲੋਕਾਂ ਨੂੰ ਜਾਗਰੂਕ, ਉਸ ਇਸ਼ੂ ਨੂੰ ਲੋਕਾਂ ਦੇ ਧਿਆਨ 'ਚ ਨਹੀਂ ਲਿਆਂਦਾ। ਉਹ ਕੀ ਸੀ ਕਿ ਬੀਬਾ ਹਰਸਿਮਰਤ ਬਾਦਲ ਜ਼ਾਹਰਾ ਤੌਰ ਤੇ ਇਹ ਕਹਿੰਦੇ ਰਹੇ ਕਿ ਉਹਨਾਂ ਨੇ ਇਸ ਅਹੁਦੇ ਤੋਂ ਅਸਤੀਫਾ ਇਸ ਕਰਕੇ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਕਨਵਿੰਸ ਨਹੀਂ ਕਰ ਸਕੇ। ਕਹਿਣ ਦਾ ਭਾਵ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹੈ, ਇਹ ਕਿਸਾਨ ਵਿਰੋਧੀ ਆਰਡੀਨੈਂਸ ਨਹੀਂ ਹੈਗਾ, ਤੇ ਮੈਂ ਇਸ ਕਰਕੇ ਅਸਤੀਫਾ ਨਹੀਂ ਦਿੱਤਾ। ਅਸਤੀਫਾ ਇਸ ਕਰਕੇ ਦਿੱਤਾ ਹੈ ਕਿ ਮੈਂ ਤੁਹਾਨੂੰ ਕਨਵਿੰਸ ਨਹੀਂ ਕਰ ਸਕੀ। ਉਸ ਤੋਂ ਬਾਅਦ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਇੰਡੀਆ ਟੂਡੇ ਤੇ ਇੱਕ ਇੰਟਰਵਿਊ ਆਉਂਦੀ ਹੈ, ਜਿਹਦੇ 'ਚ ਨਿਊਜ਼ ਐਂਕਰ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਬੀਬਾ ਜੀ, ਤੁਸੀਂ ਕੁਝ ਸਮਾਂ ਪਹਿਲਾਂ, ਕੁਝ ਹਫ਼ਤੇ ਪਹਿਲਾਂ ਇਸ ਆਰਡੀਨੈਂਸ ਦੀ ਫੇਵਰ ਕਰ ਰਹੇ ਸੀ ਤੇ ਅੱਜ ਤੁਸੀਂ ਇਸ ਆਰਡੀਨੈਂਸ ਨੂੰ ਗਲਤ ਕਹਿ ਰਹੇ ਹੋ। ਤਾਂ ਉੱਥੇ ਜ਼ਾਹਰਾ ਤੌਰ ਤੇ ਉਸ ਨਿਊਜ਼ ਐਂਕਰ ਦਾ ਨਾਮ ਰਾਜੀਵ ਹੈ, ਉਹਦਾ ਬਕਾਇਦਾ ਨਾਮ ਲੈ ਕੇ ਬੀਬਾ ਜੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਅਜੇ ਵੀ ਨਹੀਂ ਕਹਿ ਰਹੀ ਕਿ ਇਹ ਕਾਨੂੰਨ ਗਲਤ ਹੈ, ਕਿਸਾਨ ਕਹਿ ਰਹੇ ਨੇ। ਸੋ ਇਸ ਤਰ੍ਹਾਂ ਦੀ ਦੂਸਰੇ ਪਾਸੇ ਅਸੀਂ ਆਉਣੇ ਆ ਮੌਜੂਦਾ ਹਾਕਮ ਧਿਰ ਵਾਲੇ ਪਾਸੇ, ਜਿਹੜੀ ਹਾਕਮ ਧਿਰ ਇਹ ਗੱਲ ਕਹਿ ਰਹੀ ਹੈ ਕਿ ਦਿੱਲੀ ਚੱਲੋ ਤੇ ਸ਼ੰਭੂ ਬੈਰੀਅਰ ਤੇ ਜਾ ਕੇ ਉਹਨਾਂ ਵੱਲੋਂ ਬੜਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾ ਰਿਹਾ। ਯੂਥ ਕਾਂਗਰਸ ਦੀ ਅਗਵਾਈ ਦੇ ਵਿੱਚ ਉਸ ਪਾਸੇ ਨੂੰ ਜਾਂਦੇ ਨੇ। ਪਰ ਉਹ ਧਿਰ ਵੀ ਜਿਸ ਸਮੇਂ ਇਹ ਕਾਨੂੰਨ ਇਹ ਲਿਆਂਦੇ ਜਾ ਰਹੇ ਨੇ, ਥੋੜਾ ਪਿੱਛੇ ਜਾਈਏ ਕਿ ਇਹ ਅੱਜ ਦਾ ਕਾਨੂੰਨ ਨਹੀਂ ਇਹ ਲਾਗੂ ਹੋਏ। ਇਹ ਸਿਸਟਮ ਸਨ 1991 ਤੋਂ ਬਾਅਦ ਜਦੋਂ ਕੇਂਦਰ 'ਚ ਨਰਸਿਮਹਾ ਰਾਓ ਦੀ ਸਰਕਾਰ ਬਣਦੀ ਹੈ ਤੇ ਉਸ ਸਮੇਂ ਤੋਂ ਲੈ ਕੇ ਹੌਲੀ ਹੌਲੀ ਡੇ ਬਾਈ ਡੇ ਇਸ ਸਿਸਟਮ ਨੂੰ ਪ੍ਰਮੋਟ ਕਰਨ ਵਾਸਤੇ ਕਾਨੂੰਨ ਜਿਹੜੇ ਨੇ ਉਹ ਆ ਰਹੇ ਨੇ। ਇਹ ਅੱਜ ਨਹੀਂ ਆਇਆ। ਜੇ ਥੋੜਾ ਹੋਰ ਪਿੱਛੇ ਜਾਈਏ, ਤੁਹਾਡੇ ਯਾਦ ਹੋਏਗਾ ਬਾਲਕੋ ਨਾਂ ਦੀ ਇੱਕ ਇੰਡਸਟਰੀ ਸੀ ਜਿਸ ਨੂੰ ਵੇਚਿਆ ਜਾਂਦਾ ਹੈ। ਉਸ ਸਮੇਂ ਡਿਸਇਨਵੈਸਟਮੈਂਟ ਮੰਤਰੀ ਬਣਾਇਆ ਜਾਂਦਾ ਹੈ, ਇੱਕ ਮਹਿਕਮਾ ਕ੍ਰੀਏਟ ਕੀਤਾ ਜਾਂਦਾ ਹੈ ਜਿਹਦੇ ਤੇ ਸਾਡੇ ਕੋਲ ਕੋਈ ਹੱਲ ਨਹੀਂ ਸੀ। ਤਾਂ ਉਸ ਸਮੇਂ ਵੀ ਕਾਂਗਰਸ ਵਿਰੋਧੀ ਧਿਰ 'ਚ ਸੀ, ਇੱਕ ਸਿੰਗਲ ਧਿਰ ਨੇ ਇਹ ਗੱਲ ਨਹੀਂ ਆਖੀ ਕਿ ਵੇਚਣਾ ਹੀ ਕਿਉਂ ਪਿਆ, ਜਨਤਕ ਅਦਾਰੇ ਕਿਉਂ ਵੇਚੇ। ਪੰਜਾਬ ਦੇ ਵਿੱਚ ਆਈਏ, ਪੰਜਾਬ ਦਾ ਇੱਕ ਜਨਤਕ ਏਸ਼ੀਆ ਪੱਧਰ ਦਾ, ਏਸ਼ੀਆ ਦੇ ਵਿੱਚ ਜਦ ਏਸ਼ੀਆ ਦੀ ਗੱਲ ਕਰਦੇ ਆ ਤੇ ਰਸ਼ੀਆ ਤੇ ਚਾਈਨਾ ਦੋ ਵੱਡੇ ਮੁਲਕ ਵੀ ਇਸ ਏਸ਼ੀਆ ਖਿੱਤੇ 'ਚ ਆਉਂਦੇ ਨੇ। ਏਸ਼ੀਆ ਦਾ ਸਭ ਤੋਂ ਵੱਡਾ ਵਪਾਰਕ ਅਦਾਰਾ ਮਾਰਕਫੈਡ, ਜਿਹੜਾ ਐਕਸਪੋਰਟ ਤੱਕ ਕਰਦਾ ਸੀ, ਉਸ ਅਦਾਰੇ ਨੂੰ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਡੈਮੇਜ ਕੀਤਾ। ਅੱਜ ਮਾਰਕਫੈਡ ਵਪਾਰ ਦੇ ਵਿੱਚੋਂ ਲਗਭਗ ਬਾਹਰ ਹੋ ਚੁੱਕਿਆ। ਮਾਰਕਫੈਡ ਦੀ ਕੀ ਪੋਜੀਸ਼ਨ ਬਣੀ ਹੈ ਉਹ ਤੁਹਾਡੇ ਸਾਹਮਣੇ ਹੈ। ਪੰਜਾਬ ਐਗਰੋ ਹੈ, ਇਹ ਸਾਰਾ ਕੁਝ ਜਿਹੜੇ ਹਾਲਾਤ ਬਣੇ ਨੇ, ਇਹਦੇ 'ਚ ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਮਾਫ ਨਹੀਂ ਕਰਦਾ। ਸਾਰੀਆਂ ਧਿਰਾਂ ਜਿਹੜੀਆਂ ਹੁਣ ਤੱਕ ਹਾਕਮ ਦੀ ਗੱਦੀ ਤੇ ਬੈਠੀਆਂ ਨੇ, ਉਹ ਸਾਰੀਆਂ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ। ਇਹਨਾਂ ਦਾ ਜੇ ਸ਼ੁੱਧ ਪੰਜਾਬੀ 'ਚ ਗੱਲ ਕਰੀਏ ਤੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਇਹਨਾਂ ਦੀਆਂ ਵਾਗਾਂ ਉਹਨਾਂ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਨੇ। ਉਹ ਜਿਸ ਤਰ੍ਹਾਂ ਤੁਣਕਾ ਮਾਰਦੇ ਆ, ਇਹ ਉਸੇ ਰੂਪ 'ਚ ਚੱਲਦੇ ਨੇ। ਸੋ ਆਪਾਂ ਅੱਜ ਦੇ ਇਸ਼ੂ ਤੇ ਵਾਪਸ ਆਉਣੇ ਆ। ਇਸ ਸਾਰੇ ਕਾਸੇ ਦੇ ਬਾਵਜੂਦ ਜਿਸ ਪੱਧਰ ਦਾ ਵਿਰੋਧ ਹੋਇਆ, ਜਿਸ ਪੱਧਰ ਦੀ ਮੂਵਮੈਂਟ ਬਣੀ, ਉਸ ਮੂਵਮੈਂਟ ਦਾ ਸਵਾਗਤ ਕਰਨਾ ਬਣਦਾ। ਪੰਜਾਬ ਆਸਵੰਦ ਹੈ। ਅਸੀਂ ਪਹਿਲਾਂ ਵੀ ਇਸ ਚੈਨਲ ਤੇ ਜ਼ਿਕਰ ਕੀਤਾ ਸੀ ਕਿ ਇਹ ਜਿਸ ਦਿਨ ਮੂਵਮੈਂਟ ਬਣੀ, ਜਿਸ ਦਿਨ ਇਸ਼ੂ ਉੱਠੇ ਕਾਰਪੋਰੇਟਸ ਦੇ ਖਿਲਾਫ, ਉਹਦੀ ਅਗਵਾਈ ਪੰਜਾਬ ਕਰੇਗਾ ਤੇ ਉਹ ਅੱਜ ਸਾਖਸ਼ਾਤ ਸਾਹਮਣੇ ਹੈ। ਅੱਜ 25 ਸਤੰਬਰ ਦਾ ਦਿਨ ਹੈ, ਪੰਜਾਬ ਬੰਦ ਦੀ ਕਾਲ ਆਈ ਹੈ ਔਰ ਹਰ ਵਪਾਰੀ, ਹਰ ਵਰਗ ਵੱਲੋਂ ਇਸ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ। ਸੋ ਅੱਜ ਆਪਾਂ ਇਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਸਾਡੇ ਨਾਲ ਜੁੜੇ ਨੇ ਡਾਕਟਰ ਅਮਰ ਸਿੰਘ ਆਜ਼ਾਦ। ਡਾਕਟਰ ਸਾਹਿਬ, ਤੁਹਾਡਾ ਦਰਬਾਰੇ ਖਾਲਸਾ ਚੈਨਲ ਤੇ ਸਵਾਗਤ ਹੈ। ਜੀ ਆਇਆਂ ਕਹਿੰਦੇ ਆ। ਗੁਰਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਣਨਾ ਚਾਹਾਂਗੇ ਕਿ ਅੱਜ ਦੇ ਜੋ ਹਾਲਾਤ ਬਣੇ ਨੇ, ਕੁਝ ਕੁ ਗੱਲਾਂ ਜਿੰਨੀਆਂ ਮੇਰੇ ਸਮਝ ਆਈਆਂ ਸੀ ਉਹ ਭੂਮਿਕਾ ਦੇ ਤੌਰ ਤੇ ਮੈਂ ਕੀਤੀਆਂ ਨੇ। ਇਸ ਤੋਂ ਅੱਗੇ ਇਹਨਾਂ ਗੱਲਾਂ ਦਾ ਵਿਸਥਾਰ, ਕਿਉਂ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਕਾਰਪੋਰੇਟਾਂ ਦੀ ਝੋਲੀ 'ਚ ਬੈਠੀਆਂ ਨੇ, ਇਹਨਾਂ ਦਾ ਹੱਲ ਕੀ ਹੈ, ਅਸੀਂ ਇੱਥੋਂ
ਕਿਸ ਰੂਪ 'ਚ ਬਾਹਰ ਨਿਕਲ ਸਕਦੇ ਹਾਂ, ਇਹਨਾਂ ਗੱਲਾਂ ਤੇ ਤੁਹਾਡੇ ਤੋਂ ਅਸੀਂ ਵਿਸਥਾਰ ਜਾਣਕਾਰੀ ਚਾਹਾਂਗੇ ਜੀ। ਹਾਂ, ਜਿੱਦਾਂ ਤੁਸੀਂ ਭੂਮਿਕਾ ਜ਼ਿਕਰ ਕੀਤਾ ਬਹੁਤ ਵਧੀਆ ਢੰਗ ਨਾਲ ਕਿ ਇਹ ਕੋਈ ਵਰਤਾਰਾ ਇੱਕਦਮ ਨਹੀਂ ਆਇਆ। ਇਹ ਵਰਤਾਰਾ ਜਦੋਂ ਗਲੋਬਲਾਈਜੇਸ਼ਨ ਜਾਂ ਜਿਹੜਾ ਵਿਸ਼ਵੀਕਰਨ, ਜਿਹੜਾ ਕਾਰਪੋਰੇਟ ਦਾ ਏਜੰਡਾ ਵਿਸ਼ਵੀਕਰਨ ਦਾ, ਇਹ ਜਿਹੜਾ ਦੁਨੀਆ ਦਾ ਰਿਚੈਸਟ 1% ਹੈ ਪੂਰੀ ਦੁਨੀਆ ਦੇ ਉੱਪਰ, ਜਿਹੜਾ ਦੁਨੀਆ ਦਾ 1% ਹੈ, ਇਹ ਜੀ ਇੰਨਾ ਕੁ ਭਾਰੂ ਹੋਣਾ ਚਾਹੁੰਦਾ ਹੈ ਪੂਰੀ ਮਨੁੱਖਤਾ ਦੇ ਉੱਪਰ, ਪੂਰੀ ਦੁਨੀਆ ਦੇ ਉੱਪਰ, ਕਿ ਉਹਦੀ ਇੱਛਾ ਇਹ ਹੈ ਕਿ ਮੇਰੀ ਮਰਜ਼ੀ ਤੋਂ ਬਿਨਾਂ, ਮੇਰੇ ਸ਼ਮੂਲੀਅਤ ਤੋਂ ਬਿਨਾਂ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਪੱਤਾ ਨਾ ਹਿੱਲੇ। ਮੇਰਾ ਸਰਮਾਇਆ ਜਿੱਥੇ ਲੱਗਿਆ, ਜਿੱਥੇ ਮੈਨੂੰ 4 ਪੈਸੇ ਬਚਦੇ ਆ ਉਹਦੇ ਚੋਂ, ਸਿਰਫ ਉਹੀ ਗੱਲ ਜਿਹੜੀ ਹੈ ਉਹ ਉਹਨੂੰ ਮਨਜ਼ੂਰ ਹੈ। ਤੇ ਜਿਹੜਾ ਕੋਈ ਵੀ ਧੰਦਾ, ਕੋਈ ਵੀ ਵਪਾਰੀ, ਕੋਈ ਵੀ ਜਿਹੜਾ ਪੱਖ ਹੈ ਜੀਵਨ ਦਾ, ਜਿਹਦੇ 'ਚ ਉਹ ਸਮਝਦਾ ਹੈ ਕਿ ਉਹਨੂੰ ਕੋਈ ਹਿੱਸਾ ਨਹੀਂ ਮਿਲ ਰਿਹਾ, ਉਹਨੂੰ ਕੋਈ ਪ੍ਰੋਫਿਟ ਨਹੀਂ ਆ ਰਿਹਾ, ਕੋਈ ਮੁਨਾਫਾ ਨਹੀਂ ਆ ਰਿਹਾ, ਉਹਦੇ ਉਹ ਖਿਲਾਫ ਹੈ ਤੇ ਉਹਨੂੰ ਕਬਜ਼ੇ 'ਚ ਲੈਣ ਲਈ ਜਗ੍ਹਾ ਲਗਾਤਾਰ ਯਤਨਸ਼ੀਲ ਹੈ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਸਰਮਾਇਆ ਇੰਨਾ ਜ਼ਿਆਦਾ ਇਕੱਠਾ ਹੋ ਗਿਆ। ਔਰ ਸਰਮਾਇਆ, ਮੈਂ ਫਿਰ ਇੱਥੇ ਯਾਦ ਕਰਾ ਦਿਆਂ ਕਿ ਸਰਮਾਇਆ 2 ਹੀ ਚੀਜ਼ਾਂ ਤੋਂ ਪੈਦਾ ਹੁੰਦਾ ਹੈ, ਜਾਂ ਮਨੁੱਖੀ ਕਿਰਤ ਤੋਂ ਜਾਂ ਕੁਦਰਤ ਦੇ ਸਾਧਨਾਂ ਤੋਂ। ਕੋਈ ਤੀਜੀ ਥਾਂ ਤੋਂ ਸਰਮਾਇਆ ਪੈਦਾ ਨਹੀਂ ਹੁੰਦਾ। ਇਹ ਸਰਮਾਇਆ ਜਿੰਨਾ ਇਕੱਠਾ ਹੋਇਆ, ਇਹ ਸਾਰਾ ਮਨੁੱਖਤਾ ਦੀ ਸਾਂਝੀ ਜਿਹੜੀ ਹੈ ਉਹ ਜਾਇਦਾਦ ਹੈ, ਸਾਂਝੀ ਪ੍ਰਾਪਰਟੀ ਹੈ, ਸਾਂਝੀ ਉਹਦੀ ਵਿਰਾਸਤ ਹੈ। ਇਹ ਜ਼ਿਆਦਾ ਕਿਰਤ ਤੋਂ ਆਇਆ, ਉਹ ਵੀ ਕੁਦਰਤ ਦਾ ਇੱਕ ਬਹੁਤ ਵੱਡਾ ਸਰੋਤ ਹੈ, ਫਿਰ ਕੁਦਰਤ ਦੇ ਸਾਧਨਾਂ ਤੋਂ ਆਇਆ, ਉਹ ਚਾਹੇ ਹਵਾ, ਪਾਣੀ, ਮਿੱਟੀ ਤੋਂ ਵਰਤ ਕੇ ਆਉਂਦੇ ਨੇ ਚੀਜ਼ਾਂ ਜਿਹੜੀਆਂ ਨੇ ਉਹ ਨੇ। ਤੋ ਇਹ ਜਿਹੜਾ ਸਰਮਾਇਆ ਇਕੱਠਾ ਹੋ ਗਿਆ ਉਹਨਾਂ ਕੋਲੇ, ਉਹ ਲੁੱਟ ਖਸੁੱਟ ਨਾ ਹੋਇਆ। ਕੁਦਰਤੀ ਗੱਲ ਹੈ ਕਿ ਸਰਮਾਇਆ ਜਦੋਂ ਇਕੱਠਾ ਹੁੰਦਾ ਐਡੇ ਵੱਡੇ ਪੱਧਰ ਤੇ, ਤਾਂ ਉਹ ਕੋਈ ਕਿਰਤ ਨਾਲ ਨਹੀਂ ਹੁੰਦਾ, ਕਿਰਤੀ ਕੋਲ ਨਹੀਂ ਇਕੱਠਾ ਹੁੰਦਾ, ਉਹ ਸਰਮਾਏਦਾਰ ਕੋਲ ਹੁੰਦਾ, ਕਿਉਂਕਿ ਉਹਦੇ ਚੋਂ ਕਿਰਤ ਦੀ ਬਹੁਤ ਵੱਡੇ ਪੱਧਰ ਤੇ ਲੁੱਟ ਹੁੰਦੀ ਹੈ। ਉਹ ਕਿਰਤ ਦੀ ਲੁੱਟ ਜਦੋਂ ਹੁੰਦੀ ਹੈ, ਸਾਡੇ ਕਰੋੜਾਂ ਦੀ ਗਿਣਤੀ 'ਚ ਕਿਰਤੀ ਨੇ, ਉਹ ਗਰੀਬ ਹੁੰਦੇ ਆ, ਗਰੀਬ ਰਹਿੰਦੇ ਆ, ਉਹਨਾਂ ਦੇ ਜੋ ਜਿਹੜੀਆਂ ਜੀਵਨ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਨੂੰ ਇੱਕ ਵਧੀਆ ਜੀਵਨ ਨਹੀਂ ਮਿਲਦਾ। ਤੇ ਦੂਜੇ ਪਾਸੇ ਜਿਹੜਾ ਲੋਟੂ ਹੁੰਦਾ ਬੰਦਾ, ਉਹਦੇ ਕੋਲੇ ਅੰਬਾਰ ਲੱਗ ਜਾਂਦਾ ਸਰਮਾਏ ਦਾ। ਉਹ ਵਰਤਾਰਾ ਕਿਤੇ ਨਾ ਕਿਤੇ ਇਸ ਵੇਲੇ ਬਹੁਤ ਹੀ ਭੱਦੀ ਸ਼ਕਲ 'ਚ ਦੁਨੀਆ 'ਚ ਆ ਚੁੱਕਿਆ, ਜਿਸ 'ਚ ਕਿ ਦੁਨੀਆ ਦੇ ਬਹੁਤ ਸਾਰੇ ਮੁਲਕ ਜਿਹੜੇ ਨੇ, ਸਾਰੀ ਦੁਨੀਆ ਨੂੰ ਤਾਂ ਸ਼ਾਮਿਲ ਨਹੀਂ ਕਰ ਸਕੇ ਉਹ ਇਸ ਵਰਤਾਰੇ 'ਚ ਇੱਕੋ ਜਿਹੇ ਢੰਗ ਨਾਲ। ਲੇਕਿਨ ਸਾਡੀ ਬਦਕਿਸਮਤੀ ਹੈ ਕਿ ਹਿੰਦੁਸਤਾਨ ਉਹ ਦੇਸ਼ ਹੈ ਜਿਹੜਾ ਕਿ ਬਹੁਤ ਬੁਰੀ ਤਰ੍ਹਾਂ ਇਸ ਵਰਤਾਰੇ ਦਾ ਸ਼ਿਕਾਰ ਹੈ। ਤੇ ਹਿੰਦੁਸਤਾਨ ਦੇ ਵਿੱਚ ਜਿਹੜੇ ਉਹਨਾਂ ਦੀ ਜਿਹੜੀਆਂ ਕੋਸ਼ਿਸ਼ਾਂ ਨੇ, ਉਹਨਾਂ ਦੀ ਜਿਹੜੀਆਂ ਹਰਕਤਾਂ ਨੇ, ਉਹਨਾਂ ਦੀ ਜਿਹੜੀਆਂ ਉਹਨਾਂ ਦੀਆਂ ਮੁਜਰਮਾਨਾ ਕਿਸਮ ਦੀਆਂ ਗਤੀਵਿਧੀਆਂ ਨੇ, ਉਹ ਪੂਰੇ ਜੋਬਨ ਤੇ ਨੇ ਤੇ ਪੂਰੇ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। ਹਿੰਦੁਸਤਾਨ ਇਸ ਵੇਲੇ ਉਹਨਾਂ ਜੋ ਸਭ ਤੋਂ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ ਵੱਡੇ ਮੁਲਕਾਂ ਚੋਂ, ਛੋਟੇ ਛੋਟੇ ਮੁਲਕ ਹੋਰ ਵੀ ਹੋ ਸਕਦੇ ਆ, ਲੇਕਿਨ ਵੱਡੇ ਮੁਲਕਾਂ ਚੋਂ ਬਾਕੀ ਮੁਲਕ ਉਨੀ ਗੁਲਾਮੀ ਨੂੰ ਨਹੀਂ ਆਪਣੇ ਉੱਪਰ ਲਾਗੂ ਹੋਣ ਦੇ ਰਹੇ, ਜਿੰਨਾ ਕਿ ਅਸੀਂ ਆਪਣੇ 130 ਕਰੋੜ ਲੋਕਾਂ ਦੇ ਉੱਪਰ ਉਹਨਾਂ ਨੂੰ ਠੋਸ ਰਹੇ ਹਾਂ। ਇਹ ਜਿਹੜਾ ਸੀਗਾ ਇਹਦੇ 'ਚ ਜਿਹੜੀ ਸੀਗੀ ਕਿ ਕੋਈ ਮੌਜੂਦਾ ਜਿਹੜੀ ਰਾਜਕਾਰਤੀ ਪਾਰਟੀ ਹੈ ਉਹ ਇਕੱਲੀ ਜ਼ਿੰਮੇਵਾਰ ਨਹੀਂ ਹੈ, ਇਹ ਤਾਂ ਹੁਣ ਆਈ ਹੈ ਪਾਵਰ 'ਚ। ਇਹ ਵਰਤਾਰਾ ਇਸ ਤੋਂ ਬਹੁਤ ਪਹਿਲਾਂ ਆ ਗਿਆ ਸੀਗਾ, ਔਰ ਇਹ ਸਾਰਾ ਕੁਝ ਜਿਹੜਾ ਹੈ ਉਹ ਜਿਹੜੀ ਪਹਿਲੀ ਪੋਲੀਟੀਕਲ ਪਾਰਟੀ ਸੀਗੀ ਰਾਜ ਕਰਦਾ ਸੀਗੀ ਕਾਂਗਰਸ, ਉਹਦੇ ਰਾਜ 'ਚ ਆਇਆ। ਔਰ ਕਦੀ ਵੀ ਉਹਨੂੰ ਮਾਫ ਨਹੀਂ ਕਰਨਾ ਚਾਹੀਦਾ ਇਸ ਗੱਲ ਕਰਕੇ ਕਿ ਉਹਨੇ ਇਹ ਸਾਰੀਆਂ ਗੱਲਾਂ ਦੀਆਂ ਜਿਹੜੀਆਂ ਨੀਹਾਂ ਨੇ ਉਹਨੇ ਰੱਖੀਆਂ। ਉਹਦੇ ਵਿੱਚ ਬਦਕਿਸਮਤੀ ਨਾਲ ਜਿਹਨਾਂ ਲੋਕਾਂ ਨੇ ਰੱਖੀਆਂ, ਉਹ ਵੀ ਕਿਤੇ ਉਹਨਾਂ ਦੀ ਦਿੱਖ ਜਿਹੜੀ ਆ ਪੰਜਾਬੀ ਸੀਗੀ। ਉਹ 2 ਸ਼ਖਸੀਅਤਾਂ ਜਿਹੜੀਆਂ ਸੀਗੀਆਂ, ਮਨਮੋਹਨ ਸਿੰਘ ਔਰ ਮਨਟੇਕ ਸਿੰਘ ਆਹਲੂਵਾਲੀਆ, 2 ਸ਼ਖਸੀਅਤਾਂ ਨੇ ਇਹਦੇ 'ਚ ਇਸ ਗੱਲ 'ਚ ਬਹੁਤ ਵੱਡਾ ਰੋਲ ਪਲੇ ਕੀਤਾ। ਉਹ ਸਾਰਾ ਵਰਤਾਰਾ ਬਿਲਕੁਲ ਸਹੀ ਹੈ ਤੁਹਾਡੀ ਗੱਲ, ਲੇਕਿਨ ਅੱਜ ਆਪਾਂ ਜਿਹੜੀ ਹੈ ਇਹਨੂੰ ਥੋੜਾ ਜਿਹਾ ਨਵੇਂ ਸੰਦਰਭ ਦੀ ਗੱਲ ਕਰਦੇ, ਕਿਉਂਕਿ ਆਪਾਂ ਸ਼ਾਰਟ ਰਹਿਣਾ ਬਹੁਤ ਜ਼ਰੂਰੀ ਆ। ਇਹ ਜਿਹੜਾ ਹੁਣ ਵਰਤਾਰਾ ਆਇਆ ਬਿਮਾਰੀ ਦੀ ਆੜ 'ਚ, ਹੁਣ ਜਿਹੜਾ ਵਰਤਾਰਾ ਬਹੁਤ ਤਿੱਖੇ ਰੂਪ 'ਚ ਆਇਆ, ਬਹੁਤ ਹਮਲਾਵਰ ਰੂਪ 'ਚ ਆਇਆ ਜੀ, ਬਹੁਤ ਕਰੂਰ ਰੂਪ 'ਚ, ਜ਼ਾਲਮ ਰੂਪ 'ਚ ਆਇਆ, ਉਹ ਜਿਹੜਾ ਹੈ ਉਹ ਬਿਮਾਰੀ ਦੀ ਆੜ 'ਚ ਆਇਆ ਬਦਕਿਸਮਤੀ ਨਾਲ। ਇਹਨਾਂ ਨੂੰ ਹੋਰ ਕੁਝ ਸਾਧਨ ਨਹੀਂ ਲੱਭਿਆ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਅਸੀਂ ਵੱਡੇ ਪੱਧਰ ਤੇ ਜ਼ੁਲਮ ਕਰਾਂਗੇ ਤਾਂ ਇਹਨਾਂ ਨੇ ਪੂਰੀ ਦੁਨੀਆ ਦਾ ਤਜਰਬਾ ਦੇਖ ਲਿਆ ਕਿ ਜ਼ੁਲਮ ਕਰਨ ਨਾਲ ਜਿਹੜੀਆਂ ਲੋਕ ਲਹਿਰਾਂ ਨੇ ਬਹੁਤ ਤਿੱਖੀਆਂ ਜਾਂਦੀਆਂ ਨੇ,
ਤੇ ਲੋਕ ਲਹਿਰਾਂ ਤੋਂ ਬੜੇ ਡਰਦੇ ਫਿਰ ਉਹ ਗਰੀਬ ਲੋਕਾਂ ਤੋਂ ਬਹੁਤ ਡਰਦੇ ਆ, ਬੜੇ ਡਰਦੇ ਆ। ਬਿਲਕੁਲ ਇਹ ਇੱਥੋਂ ਇਸ ਹੱਦ ਤੱਕ ਡਰਦੇ ਆ ਕਿ ਕੋਈ ਵੀ ਪਾਪ ਕਰਨ ਤੋਂ ਫਿਰ ਗੁਰੇਜ਼ ਨਹੀਂ ਕਰਦੇ ਜੀ। ਇਹ ਡਰ ਤੋਂ ਇੰਨੇ ਜਿੱਦਾਂ ਜਨਤਾ ਨੂੰ ਡਰਾ ਕੇ ਇਹਨਾਂ ਨੇ ਕਮਰਿਆਂ 'ਚ ਬੰਦ ਕਰਤਾ ਨਾ ਕਰੋਨਾ ਤੋਂ, ਇਦਾਂ ਹੀ ਲੋਕ ਲਹਿਰਾਂ ਤੋਂ ਇਹ ਆਪ ਡਰਦੇ ਆ। ਫਿਰ ਕੋਈ ਵੀ ਕੁਕਰਮ ਕਰਨ ਤੋਂ ਇਹ ਚੀਜ਼ ਕਦੇ ਨਹੀਂ ਹੈ। ਜਦੋਂ ਇਹਨੂੰ ਇਹ ਲੱਗਦਾ ਕਿ ਅਸੀਂ ਇਸ ਜਿਹੜੀ ਲੋਕ ਲਹਿਰਾਂ ਦੇ ਗੁੱਸਾ ਹੈ, ਲੋਕ ਲਹਿਰਾਂ ਦੀ ਤਾਕਤ ਹੈ, ਉਹ ਤੋਂ ਬਚਣਾ ਹੈ, ਤਾਂ ਫਿਰ ਇਹ ਇਹਨਾਂ ਦੀਆਂ ਜਿਹੜੀਆਂ ਨੇ ਕਰਮ ਵੱਡੇ ਵੱਡੇ ਕੁਕਰਮ ਕਰਦੇ ਆ, ਮਹਾਂ ਕੁਕਰਮ ਕਰਦੇ ਆ, ਮਹਾਂ ਪਾਪ ਕਰਦੇ ਆ। ਉਹਦੇ ਚੋਂ ਜਿਹੜਾ ਇੱਕ ਪਾਪ ਬਹੁਤ ਵੱਡਾ ਹੋਇਆ ਇਹ ਬਿਮਾਰੀ ਵਾਲਾ, ਇਹਨਾਂ ਨੇ ਪੁਰਾਣੀ ਬਿਮਾਰੀ ਨੂੰ ਨਵੀਂ ਬਣਾਤਾ ਤੇ ਆਮ ਬਿਮਾਰੀ ਨੂੰ ਖਾਸ ਬਣਾਤਾ। ਉਹਦੀ ਪਲੈਨਿੰਗ ਕਰਦੇ ਆ ਅਮਰੀਕਾ 'ਚ ਬੈਠ ਕੇ, ਪੂਰੀ ਪਲੈਨਿੰਗ ਕੀਤੀ ਜਾਂਦੀ ਹੈ। ਔਰ ਅੱਜ ਦੀ ਨਹੀਂ, ਉਹਦੀ ਕੁਛ ਐਵੀਡੈਂਸ ਨੇ ਕਿ ਮਹੀਨਾ 2 ਮਹੀਨੇ 3 ਮਹੀਨੇ ਪਹਿਲਾਂ ਪਲੈਨਿੰਗ ਕੀਤੀ ਗਈ। ਕੁਛ ਐਵੀਡੈਂਸ ਆ ਰਹੀ ਹੈ ਕਿ 18 ਤੋਂ ਪਲੈਨਿੰਗ ਹੋ ਰਹੀ ਸੀ। ਕੁਛ ਐਵੀਡੈਂਸ ਇਹ ਵੀ ਆ ਰਹੀ ਹੈ ਕਿ 6 ਤੋਂ ਅਸਲ 'ਚ ਪਲੈਨਿੰਗ ਕਰ ਰਹੇ ਸੀਗੇ, 2006 ਤੋਂ। ਜੀ ਬਿਲਕੁਲ ਇਸ ਢੰਗ ਦੇ ਨਾਲ ਇਸ ਗੱਲ ਦੇ ਸਪਸ਼ਟ ਜਿਹੜੀ ਨੇ ਕੁਛ ਪ੍ਰੂਫ ਜਿਹੜੇ ਨੇ, ਸਬੂਤ ਨੇ ਆ ਚੁੱਕੇ ਆ। ਔਰ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡੇ ਸਬੂਤ ਆ ਜਾਣਗੇ, ਜਿੱਥੇ ਕਿ ਸਾਰੀ ਮਨੁੱਖਤਾ ਨੂੰ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਜਾਏਗਾ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਹੈ, ਵਿਸ਼ਵ ਪੱਧਰ ਤੇ ਰਚੀ ਗਈ ਸਾਜ਼ਿਸ਼ ਹੈ, ਜਿਹਦੇ ਘਾੜੇ ਜਿਹੜੇ ਨੇ ਉਹ ਅਮਰੀਕਾ ਦਾ ਕਾਰਪੋਰੇਟ ਹੈ ਔਰ ਸਾਡਾ ਕਾਰਪੋਰੇਟ ਜਿਹੜਾ ਹੈ ਉਹਦਾ ਹਿੱਸਾ ਹੈ। ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਉਹਨਾਂ ਦੇ ਨਾਲ ਰਲ ਕੇ ਹੀ ਵੱਡੇ ਕਾਰਪੋਰੇਟ ਬਣ ਸਕਦੇ ਹਾਂ। ਔਰ ਉਹ ਸਾਰੀ ਗੇਮ ਦੇ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਮਤਲਬ ਨੰਗੀ ਚਿੱਟੀ ਮਦਦ ਕਰ ਰਹੀ ਹੈ। ਉਹਨੂੰ ਲੱਖਾਂ ਕਰੋੜ ਰੁਪਏ ਜਿਹੜੇ ਨੇ ਉਹ ਬੈਂਕਾਂ 'ਚੋਂ ਦਿੱਤੇ ਜਾ ਰਹੇ ਆ, ਪਬਲਿਕ ਮਨੀ 'ਚੋਂ ਦਿੱਤੇ ਜਾ ਰਹੇ ਆ, ਲੋਕਾਂ ਦੇ ਜਿਹੜੇ ਲੋਕ ਭਲਾਈ 'ਚ ਖਰਚ ਹੋਣ ਵਾਲੇ ਪੈਸੇ ਸੀ ਉਹਨਾਂ 'ਚੋਂ ਦਿੱਤੇ ਜਾ ਰਹੇ ਆ, ਤਾਂ ਕਿ ਇਹ ਅਮਰੀਕਾ ਦੀਆਂ ਕੰਪਨੀਆਂ ਦੇ ਹਾਣੀ ਹੋ ਸਕਣ। ਔਰ ਉਹਨਾਂ 'ਚ ਹੋ ਗਏ ਹਾਣੀ, ਤੁਸੀਂ ਦੇਖ ਰਹੇ ਹੋ। ਡਾਕਟਰ ਸਾਹਿਬ, ਤੁਹਾਨੂੰ ਇੱਥੇ ਥੋੜੀ ਜਿਹੀ ਗੱਲ ਐਡੀਸ਼ਨ ਕਰਨੀ ਚਾਹੁੰਦਾ। ਮੈਨੂੰ ਕੁਝ ਸੂਚਨਾ ਮਿਲੀ ਹੈ ਕਿ ਅੰਬਾਨੀ ਜਿਹੜੇ ਨੇ ਉਹ ਵਰਲਡ ਦੇ ਟੌਪ ਰਿਚੈਸਟ ਦੇ ਵਿੱਚ ਆਪਣੇ ਆਪ ਨੂੰ ਸ਼ੁਮਾਰ ਕਰ ਚੁੱਕੇ ਹੈ। ਇੰਡੀਆ ਦਾ ਬੜਾ ਵੱਡਾ ਕਾਰਪੋਰੇਟ ਅਦਾਰਾ ਸੀ, ਇਹ ਨਹੀਂ ਕਿ ਜਨਤਕ ਅਦਾਰਾ ਸੀ, ਕਾਰਪੋਰੇਟ ਅਦਾਰਾ ਈਜ਼ੀ ਡੇ ਜਿਹੜਾ ਉਹਨੂੰ ਪਤਾ ਲੱਗਿਆ ਕਿ ਅੰਬਾਨੀ ਟੇਕ ਓਵਰ ਕਰ ਚੁੱਕੇ ਆ, ਅੰਬਾਨੀ ਉਹਨੂੰ ਖਰੀਦ ਚੁੱਕੇ ਨੇ। ਇਹ ਇਸ ਤਰ੍ਹਾਂ ਦੀਆਂ ਇਨਫੋਰਮੇਸ਼ਨ ਵੀ ਜਿਹੜੀਆਂ ਨੇ ਉਹ ਆ ਰਹੀਆਂ ਨੇ। ਯਾਨੀ ਕਾਰਪੋਰੇਟਾਂ ਦੇ ਵਿੱਚੋਂ ਵੀ ਹੋਰ ਵੱਡੇ ਕਾਰਪੋਰੇਟ ਜਿਹੜੇ ਆ ਉਹ ਪੈਦਾ ਕੀਤੇ ਜਾ ਰਹੇ ਨੇ। ਬਿਲਕੁਲ ਜੀ, ਉਹਨਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਕਿ ਅਮਰੀਕਾ ਦੀਆਂ ਕੰਪਨੀਆਂ ਦੇ ਹਾਣੀ ਹੋ ਸਕੇ, ਕਿਉਂਕਿ ਅਮਰੀਕਾ ਦੀਆਂ ਕੰਪਨੀਆਂ ਐਡੀਆਂ ਵੱਡੀਆਂ ਨੇ ਜੀ, ਤੁਸੀਂ ਸੋਚ ਵੀ ਨਹੀਂ ਸਕਦੇ ਕਿੱਡੀਆਂ ਵੱਡੀਆਂ ਹੋ ਸਕਦੀਆਂ ਨੇ। ਉਹਨਾਂ ਕੰਪਨੀਆਂ ਦੇ ਜਿਹੜੇ ਟਰਨਓਵਰਸ ਨੇ, ਪ੍ਰੋਫਿਟਸ ਨੇ, ਉਹ ਸਾਡੀ ਮਤਲਬ ਨੈਸ਼ਨਲ ਇਨਕਮ ਤੋਂ, ਜਿਹੜੇ ਨੈਸ਼ਨਲ ਬਜਟ ਤੋਂ ਵੀ ਉੱਪਰ ਨੇ। ਇਹੋ ਜਿਹੀਆਂ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਵੱਡੀਆਂ ਦਿਓ ਕੱਦ ਨੇ, ਉਹ ਕੰਪਨੀਆਂ ਦੀਆਂ ਇੱਛਾਵਾਂ ਕੀ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਉਂਕਿ ਅੱਜ ਉਹ ਜਿਹੜਾ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਜਿਹੜੇ ਗਰੀਬ ਲੋਕ ਨੇ, ਕਿਸਾਨੀ ਇੱਕ ਬਹੁਤ ਵੱਡਾ ਹਿੱਸਾ ਹੈ ਇਹਨਾਂ ਮੁਲਕਾਂ ਦਾ। ਔਰ ਜਿਹੜੇ ਹੋਰ ਮਿਹਨਤਕਸ਼ ਨੇ, ਚਾਹੇ ਉਹ ਇੰਡਸਟਰੀ 'ਚ ਲੱਗੇ ਹੋਏ ਹੈ, ਚਾਹੇ ਉਹ ਛੋਟੇ ਛੋਟੇ ਕਾਰੋਬਾਰ ਕਰਦੇ ਆ ਨਿੱਕੇ ਨਿੱਕੇ, ਉਹ ਸਾਰੇ ਦੇ ਸਾਰੇ ਜਿਹੜੇ ਨੇ ਇਹ ਉਹਨਾਂ ਦੇ ਵੱਡੇ ਦੁਸ਼ਮਣ ਨੰਬਰ 1 ਨੇ ਇਸ ਵੇਲੇ। ਕਿਉਂਕਿ ਉਹ ਇਹਨਾਂ ਨੂੰ ਕੱਲਾ ਆਰਥਿਕ ਤੌਰ ਤੇ ਜਾਣ ਤੇ ਨਹੀਂ ਆ ਗਏ, ਹੁਣ ਇਹਨਾਂ ਨੂੰ ਫਿਜ਼ੀਕਲੀ ਵੀ ਉਹ ਮਾਰਨ ਤੇ ਆ ਗਏ। ਉਹ ਇਹੋ ਜਿਹੀਆਂ ਛਾਵਾਂ ਵੀ ਰੱਖਦੇ ਆ ਵੀ ਇਹ ਲੋਕ ਜਿਹੜੇ ਨੇ, ਜਿਨ੍ਹਾਂ ਲੋਕਾਂ ਤੋਂ ਉਹਨੂੰ ਲੋਕ ਲਹਿਰਾਂ ਦਾ ਡਰ ਹੈ, ਉਹਨਾਂ ਲੋਕਾਂ ਨੂੰ ਉਹ ਬਿਮਾਰ ਕਰਨਾ, ਉਹਨੂੰ ਅਪੰਗ ਕਰਨਾ, ਉਹਦੀ ਜਥੇਬੰਦੀਆਂ ਨੂੰ ਤੋੜਨਾ, ਉਹਦੀ ਜਥੇਬੰਦੀਆਂ ਦੇ ਅੰਦਰ ਹਰ ਕਿਸਮ ਦੇ ਉਹਦੇ ਟ੍ਰੇਡ ਯੂਨੀਅਨ ਰਾਈਟਸ ਔਰ ਡੈਮੋਕ੍ਰੈਟਿਕ ਰਾਈਟਸ ਔਰ ਜਥੇਬੰਦ ਹੋਣ ਦੇ ਰਾਈਟਸ ਔਰ ਡੈਮੋਨਸਟ੍ਰੇਸ਼ਨ ਕਰਨ ਦੇ ਰਾਈਟ ਔਰ ਕੋਈ ਵੀ ਪ੍ਰੋਟੈਸਟ ਕਰਨ ਦੇ ਰਾਈਟ, ਬੋਲਣ ਦੇ ਰਾਈਟ, ਇਹ ਸਾਰੇ ਕਿਤੇ ਨਾ ਕਿਤੇ ਇੰਨੀ ਤੇਜ਼ੀ ਨਾਲ ਖਤਮ ਕਰਨਾ ਚਾਹੁੰਦੇ ਆ ਕਿ ਕਿਸੇ ਵੀ ਕਿਸਮ ਦੇ ਲੋਕ ਲਹਿਰ ਦੀ, ਕਿਸੇ ਵੀ ਕਿਸਮ ਦੀ ਜਿਹੜੀ ਇਹੋ ਜਿਹੀ ਸਟਰਗਲ ਦੀ ਪੋਸੀਬਿਲਿਟੀ, ਸੰਭਾਵਨਾ ਨੂੰ ਉਹ ਖਤਮ ਕਰਨਾ ਚਾਹੁੰਦੇ ਆ। ਜੀ ਉਹਦੇ ਲਈ ਉਹ ਬਹੁਤ ਵੱਡੇ ਵੱਡੇ ਪਾਪ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਜਿਵੇਂ ਜਿਹੜਾ ਇੱਕ ਪਾਪ ਇਹ ਕੀਤਾ ਉਹਨਾਂ ਨੇ ਕਿ ਐਡੀ ਵੱਡੀ ਮਹਾਮਾਰੀ ਨੂੰ ਬਣਾ ਕੇ ਇਹਨੂੰ ਪੇਸ਼ ਕੀਤਾ ਗਿਆ ਔਰ ਲੋਕਾਂ ਨੂੰ ਤਾੜਤਾ ਗਿਆ ਘਰਾਂ ਦੇ ਅੰਦਰ ਧੱਕੇ ਨਾਲ। ਜੀ ਕਰਫਿਊ ਲਾ ਕੇ ਔਰ 144 ਲਾ ਕੇ ਕਿ ਤੁਸੀਂ ਮਰ ਜਾਓਗੇ ਜੇ ਤੁਸੀਂ ਬਾਹਰ ਨਿਕਲੇ ਤਾਂ ਉਹ ਤਾੜ ਕੇ ਉਹਨੂੰ ਉਸ ਤੋਂ ਮਗਰੋਂ ਫਿਰ ਉਹਦਾ ਏਜੰਡਾ ਸ਼ੁਰੂ ਕਰਤਾ ਆਪਣਾ ਪੂਰਾ ਕਰਨ ਲਈ। ਉਹ ਤੁਸੀਂ ਦੇਖ ਲਓ ਕਿ ਤੜਾ ਏਜੰਡਾ ਲਾਗੂ ਕੀਤਾ ਜਾ ਰਿਹਾ, ਕਿਵੇਂ ਲੱਖਾਂ ਕਰੋੜ ਰੁਪਏ ਤੜ ਕਾਰਪੋਰੇਟ ਘਰਾਣੇ ਨੂੰ ਦਿੱਤੇ ਜਾ ਰਹੇ ਆ, ਕਿਵੇਂ ਜਿਹੜੇ ਡੈਮੋਕ੍ਰੈਟਿਕ ਰਾਈਟਸ ਜਿਹੜੇ ਨੇ ਉਹ ਟ੍ਰੇਡ ਯੂਨੀਅਨ ਰਾਈਟਸ ਬਦਲੇ ਜਾ ਰਹੇ ਆ, ਕਿਵੇਂ ਜਿਹੜਾ ਪ੍ਰੋਟੈਸਟ ਨੂੰ ਬਹੁਤ ਬੁਰੀ ਤਰ੍ਹਾਂ ਦਬਾਇਆ ਜਾ ਰਿਹਾ। ਔਰ ਇਹ ਈਵਨ ਜਿਹੜੇ ਇੰਟੈਲੈਕਚੁਅਲ ਪੱਧਰ ਦੇ ਲੋਕ ਨੇ, ਜਿਹੜੇ ਕਿ ਵਿਚਾਰੇ ਪੜ੍ਹਨਾ ਲਿਖਣਾ ਕੰਮ ਜਿਨ੍ਹਾਂ ਦਾ,
ਡਾਕਟਰ ਸਾਹਿਬ ਤੁਸੀਂ ਅਨਮਿਊਟ ਕਰੋ, ਡਾਕਟਰ ਸਾਹਿਬ ਤੁਸੀਂ ਅਨਮਿਊਟ ਕਰੋ ਆਪਣੇ ਆਪ ਨੂੰ। ਹਾਂਜੀ ਠੀਕ ਹੈ ਜੀ। ਸੋ ਇਹ ਜਿਹੜਾ ਵਰਤਾਰਾ ਹੈ ਇਹਨਾਂ ਕਾਰਪੋਰੇਟ ਦਾ, ਇਹ ਬਹੁਤ ਹੀ ਭੱਦੀ ਸ਼ਕਲ ਲੈ ਚੁੱਕਿਆ, ਬਹੁਤ ਹੀ ਭੱਦੀ ਸ਼ਕਲ ਲੈ ਚੁੱਕਿਆ। ਔਰ ਹੁਣ ਜਿਹੜੀ ਹੈ ਜਿਹਨੂੰ ਕਹਿੰਦੇ ਆਰ ਪਾਰ ਦੀ ਲੜਾਈ ਦੇ ਮੂਡ 'ਚ ਆ ਗਏ ਉਹ ਵੀ, ਤੇ ਹੁਣ ਤੱਕ ਲੋਕ ਆਰ ਪਾਰ ਦੀ ਲੜਾਈ 'ਚ ਨਹੀਂ ਦੇ ਮੂਡ 'ਚ ਨਹੀਂ ਸੀ ਆ ਰਹੇ, ਜਿਹਦੇ ਵਿੱਚ ਸਾਡੇ ਵਰਗੇ ਬੰਦੇ ਜਿਹੜੇ ਚੇਤਨ ਬੰਦੇ ਸੀਗੇ ਉਹ ਬੜਾ ਘੁਟਨ ਮਹਿਸੂਸ ਕਰ ਰਹੇ ਸੀਗੇ ਕਿ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਫਿਰ ਤੱਕ ਨਵੀਂ ਕਿਸਮ ਦੀ ਗੁਲਾਮੀ ਸਾਡੇ ਗਲ ਪੈ ਗਈ ਸਮਝੋ। ਜੀ ਬਿਲਕੁਲ। ਜਦੋਂ ਵੱਡੀ ਗੁਲਾਮੀ 'ਚ ਵੱਡਾ ਦੁਸ਼ਮਣ ਜਿਹੜਾ ਕਾਮਯਾਬ ਹੋ ਜਾਂਦਾ ਤਾਂ ਫਿਰ ਉਹ ਬੜੀ ਲੰਬੀ ਸਟਰਗਲ ਕਰਨੀ ਪੈਂਦੀ ਹੈ ਆਪਾਂ ਨੂੰ। ਆਪਣਾ ਤਾਂ ਇਤਿਹਾਸ ਪਿਆ ਕਿ ਕਿਵੇਂ ਈਸਟ ਇੰਡੀਆ ਕੰਪਨੀ ਇਸ ਵਪਾਰ ਕਰਨ ਲਈ ਸਾਡੇ 'ਚ ਆਈ ਤੇ 200 ਸਾਲ ਤੱਕ ਅਸੀਂ ਗੁਲਾਮ ਰਹੇ। 200 ਸਾਲ ਕਿੰਨੀ ਵੱਡੀ ਗੁਲਾਮੀ ਹੈ। ਔਰ 200 ਸਾਲ ਦੇ ਵਿੱਚ ਕਿੱਡਾ ਉਹਨਾਂ ਨੇ ਸਾਡਾ ਸਾਰਾ ਸੱਭਿਆਚਾਰ ਖਰਾਬ ਕੀਤਾ, ਸਾਡਾ ਵਿਦਿਅਕ ਢਾਂਚਾ ਖਰਾਬ ਕੀਤਾ, ਸਾਡਾ ਐਗਰੀਕਲਚਰ ਖਰਾਬ ਕੀਤਾ, ਸਾਡੀਆਂ ਜਿਹੜੀਆਂ ਸਿਹਤ ਸੇਵਾਵਾਂ ਨੇ, ਸਾਡਾ ਆਯੁਰਵੇਦ ਹੈ, तो किमें उन्होंने साड़ा तहस नहस किया। वो जो पक्ष जो सानू याद है जी किमें किस ढंग फिर वो आज़ादी की लड़ाई चलती है और पूरे के पूरे लखां लोग जो शहीदियां प्राप्त करते हैं, कुर्बान होंगे हैं। फिर जाके जो जी भी आज़ादी मिली वो भी किनिया कुर्बानी हुई तो फिर तुझारा आज़ादी जिदा की मिली तो किदा की सी। जी जी डॉक्टर साहब एक गल इत्थे साझी करनी चाहांगे, एक तुहाडे तो जानना चाहांगे कि ये सारे कस नूं समझ लिया कि किस तरीके कारपोरेट जिहड़े ने वो अपने सरमाए नूं होर वधाउण वास्ते लोकां नूं गुलाम बनाउंदे है। जिहड़ा अज दा वरतारा है, अज पंजाब बंद दी काल है ते पंजाब बंद नूं भरवां ਹੁੰਗਾਰਾ मिल रहा है। सोशल मीडिया ते असीं देख रहे हैं हर व्यापारी जिहड़ा है वो किसी भी प्रोफैशन दा होवे, चाहे वो मैडिकल प्रोफैशन दा होवे ते चाहे सिविल होर प्रोफैशन दा व्यापारी होवे, उहदे वल्लों ਹੁੰਗਾਰਾ दिता जा रहा है। मुलाजमां दे वल्लों पंजाब बंद दे जिहड़ा इस काल नूं भरवां ਹੁੰਗਾਰਾ दिता जा रहा है। ਤਾਂ ਅਸੀਂ ਤੁਸੀਂ ਇਸ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਇਹ ਕਿਸ ਤਰ੍ਹਾਂ ਦੇ ਸੰਕੇਤ ਨੇ? ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰੀਏ। ਇਹ ਜੋ ਸੰਕੇਤ ਆ ਰਹੇ ਨੇ ਕਿਸ ਇਹ ਸੰਕੇਤ ਇਹ ਕਾਰਪੋਰੇਟ ਜਿਹੜਾ ਇਸ ਵੇਲੇ ਹੈ ਉਹ ਹੁਣ ਸਾਰੇ ਵਰਗਾਂ ਤੇ ਹਮਲਾ ਕਰ ਰਿਹਾ ਜੀ। ਕੋਈ ਵਰਗ ਦੇਖੋ, ਜਦੋਂ ਜਿਹੜੇ ਜਨਤਕ ਅਦਾਰੇ ਸੀਗੇ ਵੱਡੇ ਸਾਰੇ ਪ੍ਰਾਈਵੇਟਾਈਜ਼ ਕੀਤੇ ਜਾ ਰਹੇ हैं। ਵਪਾਰ ਦੇਖ ਰਹੇ हैं, ਕਾਂਗਰਸ ਤੋਂ ਸ਼ੁਰੂ ਹੋ ਗਿਆ ਸੀ ਪ੍ਰੋਗਰਾਮ ਉਹ, ਔਰ ਹੁਣ ਬੜੇ ਜੋਬਨ ਤੇ ਹੈ ਇਸ ਵੇਲੇ। ਉਹ ਮੁਲਾਜ਼ਮਾਂ ਨੇ ਬੜੀ ਮੁਖਾਲਫਤ ਕੀਤੀ ਉਹਦੀ, ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਕੀਤੀ, ਜਿਹੜਾ ਵੀ ਜਨਤਕ ਅਦਾਰਾ ਜਿਹੜੇ ਆਪਣੇ ਨੇ ਪੋਸਟ ਟੈਲੀਗ੍ਰਾਫ ਵਾਲੇ ਸਾਰੇ ਦੂਰਸੰਚਾਰ ਵਾਲੇ ਜਾਂ ਸਾਰੇ ਇਹਨਾਂ ਮੁਲਾਜ਼ਮ ਅੱਡ ਵਰਗ ਦੇ ਮੁਲਾਜ਼ਮਾਂ ਨੇ ਮੁਖਾਲਫਤ ਕੀਤੀ, ਲੇਕਿਨ ਉਹ ਮੁਖਾਲਫਤ ਉਹਨਾਂ ਦੀ ਕਿਸੇ ਕੰਮ ਨਹੀਂ ਆਈ। ਅਲਟੀਮੇਟਲੀ ਹੌਲੀ ਮਤਲਬ ਧੋਖੇ ਨਾਲ ਕਹਿ ਲਓ, ਜ਼ੋਰ ਜ਼ਬਰਦਸਤੀ ਕਹਿ ਲਓ, ਉਹ ਅਦਾਰੇ ਫਿਰ ਵੀ ਉਹਨਾਂ ਨੇ ਪ੍ਰਾਈਵੇਟਾਈਜ਼ ਕਰ ਦਿੱਤੇ। ਜੀ ਕਿਉਂ ਕਰ ਦਿੱਤੇ? ਕਿਉਂਕਿ ਉਹ ਵਰਗ ਦੀ ਜਿਹੜੀ ਸੰਘਰਸ਼ ਸੀਗੇ ਉਹ ਉਸ ਵਰਗ ਤੱਕ ਹੀ ਸੀਮਿਤ ਰਹਿ ਗਏ, ਵੱਡੀ ਸ਼ਕਲ ਨਹੀਂ ਲੈ ਸਕੇ। ਜੀ ਬਿਲਕੁਲ। ਜੇ ਵੱਡੀ ਸ਼ਕਲ ਲੈ ਜਾਂਦੇ ਉਸ ਵੇਲੇ ਬਾਕੀ ਵਰਗਾਂ ਨੇ ਇਹ ਗੱਲ ਦੀ ਭਵਿੱਖਬਾਣੀ ਨਹੀਂ ਕਰ ਸਕੇ, ਉਹ ਇਸ ਭਵਿੱਖ ਨੂੰ ਨਹੀਂ ਦੇ ਸਕੇ ਕਿ ਅੱਜ ਇਹਨਾਂ ਤੇ ਹਮਲਾ ਹੋ ਰਿਹਾ, ਅੱਜ ਇਹਨੂੰ ਪ੍ਰਾਈਵੇਟਾਈਜ਼ ਕੀਤਾ ਜਾ ਰਿਹਾ, ਕੱਲ ਨੂੰ ਸਾਡੇ ਤੇ ਵੀ ਹੋਏਗਾ। ਉਹਨੇ ਕੱਲਾ ਅਦਾਰਾ ਚੁੱਕ ਕੇ ਕੱਲੇ ਅਦਾਰੇ ਨੂੰ ਵਾਰੀ ਇਕੱਠਾ ਨਹੀਂ ਕੀਤਾ ਸਾਰਾ ਕੁਝ, ਤਾਂ ਵਾਰੀ ਕਰਤਾ ਤਾਂ ਕਿ ਵੱਡਾ ਜਿਹੜਾ ਲੋਕ ਰੋਹ ਹੈ ਉਹ ਖੜਾ ਨਾ ਹੋ ਸਕੇ। ਤਾਂ ਉਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਚੱਲੀ ਜਾ ਰਿਹਾ ਸੀਗਾ, ਉਸ ਵਰਤਾਰੇ ਦੇ ਵਿੱਚ ਮੁਲਾਜ਼ਮਾਂ ਤੇ ਹਮਲਾ ਹੋਇਆ, ਮੁਲਾਜ਼ਮਾਂ ਦੇ ਪੇ ਕਮਿਸ਼ਨ ਹੋਇਆ ਤੇ ਹਮਲਾ ਹੋਇਆ, ਡੀਏ ਤੁਹਾਡੇ ਤੇ ਹਮਲਾ ਹੋਇਆ, ਪੈਨਸ਼ਨਾਂ ਤੇ ਹਮਲਾ ਹੋ ਰਿਹਾ, ਹਰ ਕਿਸਮ ਦੇ ਮਿਡਲ ਕਲਾਸ ਤੇ ਹਮਲਾ ਹੋਇਆ, ਆੜ੍ਹਤੀਆਂ ਤੇ ਹੋਇਆ, ਛੋਟੇ ਬਿਜ਼ਨਸ ਤੇ ਹੋਇਆ। तो कॉरपोरेट अपने आप ਨੂੰ ਛੱਡ ਕੇ ਕੱਲਾ ਬਾਕੀ ਸਾਰੇ ਵਰਗਾਂ ਤੇ ਹਮਲਾ ਕਰ ਰਿਹਾ, ਔਰ ਸਾਰੇ ਵਰਗ ਇਸ ਵੇਲੇ ਅੰਡਰ ਥ੍ਰੈਟ ਨੇ। ਉਹਦੀ ਹੋਂਦ ਹੀ ਜਿਹੜੀ ਆ ਤਹਿਸ ਨਹਿਸ ਕੀਤੀ ਜਾ ਰਹੀ ਹੈ। ਉਹ ਜਿਹੜਾ ਹੁਣ ਵਰਤਾਰਾ ਹੋਇਆ ਕਰੋਨਾ ਦੇ ਨਾਂ ਤੇ, ਇਸ ਬਿਮਾਰੀ ਦੇ ਨਾਂ ਤੇ, ਉਹ ਕਿਤੇ ਨਾ ਕਿਤੇ ਉਹਦਾ ਬੜਾ ਵੱਡਾ ਸਾਡੇ ਜਿਉਂਦਾ ਜਾਗਦਾ ਸਬੂਤ ਹੈ ਕਿ ਤੁਸੀਂ ਨਕਲੀ ਬਿਮਾਰੀ ਖੜੀ ਕਰਕੇ ਆਮ ਬਿਮਾਰੀ ਨੂੰ ਖਾਸ ਬਣਾਤਾ ਔਰ ਪੁਰਾਣੀ ਬਿਮਾਰੀ ਨੂੰ ਨਵੀਂ ਬਣਾਤਾ, ਤੇ ਬਣਾ ਕੇ ਤੁਹਾਨੂੰ ਡਰਾ ਕੇ ਕੜਾਈ ਤਾੜਤਾ ਗਿਆ ਕਿ ਤੁਸੀਂ ਬਾਹਰ ਨਾ ਨਿਕਲੋ। ਪਿੱਛੋਂ ਜਿਹੜਾ ਸਾਰਾ ਇਹ ਆਪਣਾ ਚਾਲ ਚੱਲੀ ਔਰ ਜਿਹੜਾ ਮਾਸਟਰ ਸਟ੍ਰੋਕ ਕੀਤਾ ਉਹਨਾਂ ਨੇ, ਜੋ ਤਹਿਸ ਨਹਿਸ ਹੋ ਗਈ। तो ਅੱਜ ਜਿਹੜੀ ਅੱਜ ਕਿਸਾਨੀ ਨੇ ਇਸ ਗੱਲ ਜਿਹੜਾ ਮੋਰਚਾ ਸੰਭਾਲਿਆ, ਜਦੋਂ ਕਿਸਾਨੀ ਤੇ ਹਮਲਾ ਹੁੰਦਾ ਹੈ ਤਾਂ ਕਿਸਾਨੀ ਤੇ ਹਮਲਾ ਮੈਂ ਸਮਝਦਾ ਆਖਰੀ ਹਮਲਾ। ਜੇ ਕਿਸਾਨੀ ਦਾ ਹਮਲੇ ਦਾ ਵੀ ਜਵਾਬ ਨਹੀਂ ਦਿੱਤਾ ਜਾਂਦਾ ਤਾਂ ਮੈਂ ਸਮਝਦਾ ਕਿ ਗੁਲਾਮੀ ਗਲ ਪੈ ਗਈ ਸਾਡੇ, ਕਿਉਂਕਿ ਕਿਸਾਨੀ ਇੱਕ ਬਹੁਤ ਵੱਡਾ ਸੈਕਸ਼ਨ ਹੈ
ਕਰੋੜਾਂ ਲੋਕ ਕਿਸਾਨੀ ਕਰਦੇ, ਕਰੋੜਾਂ ਲੋਕ ਇੱਕੋ ਹੀ ਪੇਸ਼ੇ 'ਚ ਨੇ ਜੀ ਬਿਲਕੁਲ। ਔਰ ਉਹਨਾਂ ਦੇ ਉੱਪਰ ਬਹੁਤ ਵੱਡਾ ਹਮਲਾ ਹੋ ਰਿਹਾ। ਉਹ ਹਮਲਾ ਉਹਨਾਂ ਦੀ ਹੋਂਦ ਦਾ ਹਮਲਾ ਹੈ, ਉਹਦੀ ਸਰਵਾਈਵਲ ਦਾ ਹਮਲਾ ਹੈ। ਉਹਨਾਂ ਜੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰਕੇ, ਉਹਨਾਂ ਜ਼ਮੀਨਾਂ ਦੇ ਉੱਪਰ ਤੁਹਾਨੂੰ ਮਜ਼ਦੂਰ ਬਣਾ ਕੇ, ਤੁਹਾਡੀ ਮਰਜ਼ੀ ਕੋਈ ਨਹੀਂ ਚੱਲਣੀ ਉਹ 'ਚ। ਤੁਸੀਂ ਮਜ਼ਦੂਰ ਦੇ ਤੌਰ ਤੇ ਕੰਮ ਕਰ ਸਕੋਗੇ। ਉਹਦੇ ਅੰਦਰ ਹੱਦ ਦਰਜੇ ਦੀ ਲੁੱਟ ਖਸੁੱਟ ਹੋਏਗੀ। ਕੋਈ ਤੁਹਾਡੀ ਆਵਾਜ਼ ਨਹੀਂ ਸੁਣੇਗਾ, ਕੋਈ ਤੁਹਾਡੀ ਸੇ ਨਹੀਂ ਹੋਏਗੀ। ਤਾਂ ਉਹ ਜਿਹੜਾ ਸਾਰੇ ਦਾ ਸਾਰਾ ਵਰਤਾਰਾ ਬੜਾ ਸਪਸ਼ਟ ਦਿਖ ਰਿਹਾ ਹੈ ਕਿ ਕਿਸਾਨੀ ਨੂੰ ਹੁਣ ਆਖਰੀ ਹਮਲਾ ਉਹਨੇ ਕਿਸਾਨੀ ਤੇ ਕੀਤਾ। ਔਰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕਿਸਾਨੀ ਨੇ ਉਸ ਹਮਲੇ ਦਾ ਜਵਾਬ ਦਿੱਤਾ, ਜਿਹੜਾ ਕਿ ਪਹਿਲਾਂ ਜਵਾਬ ਨਹੀਂ ਸੀ ਦੇ ਰਿਹਾ। ਪਰ ਅੱਜ ਵੀ ਇਹ ਖਤਰਾ ਬਣਿਆ ਹੋਇਆ ਹੈ ਕਿ ਜੇ ਇਹ ਕਿਸਾਨੀ ਦੀ ਮੂਵਮੈਂਟ ਇਕੱਲੇ ਪੰਜਾਬ ਤੱਕ ਸੀਮਿਤ ਆ ਜਾਂਦੀ ਹੈ ਜਾਂ ਹਰਿਆਣਾ ਤੱਕ ਸੀਮਿਤ ਆ ਜਾਂਦੀ ਹੈ, ਤਾਂ ਇਹਨੂੰ ਦਬਾਇਆ ਜਾ ਸਕਦਾ ਜੀ। ਅਗਰ ਇਹ ਨੈਸ਼ਨਲ ਵਰਤਾਰਾ ਨਹੀਂ ਬਣਦਾ ਪੂਰੇ ਦੇਸ਼ ਦਾ, ਅਗਰ ਪੂਰੇ ਦੇਸ਼ ਦਾ ਵਰਤਾਰਾ ਬਣ ਜਾਂਦਾ ਤੇ ਬਾਕੀ ਸਾਰਾ ਸੈਕਸ਼ਨ ਉਹਦੇ ਨਾਲ ਖੜ ਜਾਂਦਾ, ਤਾਂ ਇਹਦੇ ਬਚਣ ਦੀ ਸੰਭਾਵਨਾ ਹੈ। ਅੱਜ ਸਾਨੂੰ ਸਭ ਨੂੰ ਇਸ ਗੱਲ ਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਕਿ ਜੇ ਅਸੀਂ ਕਿਸਾਨੀ ਦੇ ਨਾਲ ਨਾ ਖੜੇ, ਜਿਹੜੀ ਕਿਸਾਨੀ ਹੈ, ਕਿਸਾਨੀ ਕੋਈ ਆਮ ਪ੍ਰੋਫੈਸ਼ਨ ਨਹੀਂ ਹੈ। ਕਿਸਾਨ ਪਰਮਾਤਮਾ ਦਾ, ਕੁਦਰਤ ਦਾ ਸੱਚਾ ਪੁੱਤਰ ਹੈ, ਜਿਹੜਾ ਕਿ ਸਾਰੀ ਕਾਇਨਾਤ ਦੇ ਵਿੱਚ, ਸਾਰੀ ਨੇਚਰ ਦੇ ਵਿੱਚ ਇਕੱਲੇ ਮਨੁੱਖਤਾ ਨੂੰ ਨਹੀਂ ਪਾਲਦਾ, ਉਹ ਬਾਕੀ ਜੀਵ ਜੰਤੂਆਂ ਦੇ ਪਾਲਣ ਲਈ ਵੀ ਇੱਕ ਪ੍ਰੋਫੈਸ਼ਨ ਖੜਾ ਹੈ। ਕਿਉਂਕਿ ਫੂਡ ਚੇਨ ਦੇ ਵਿੱਚ ਜਦੋਂ ਫੂਡ ਚੇਨ ਰਿਚ ਹੁੰਦੀ ਹੈ, ਅਮੀਰ ਹੋ ਜਾਂਦੀ ਹੈ, ਉਸ ਫੂਡ ਚੇਨ ਦੇ ਵਿੱਚ ਕੀੜੇ ਮਕੌੜੇ ਜੀਵ ਜੰਤੂਆਂ ਤੋਂ ਲੈ ਕੇ, ਪੰਛੀਆਂ ਤੋਂ ਲੈ ਕੇ ਮਨੁੱਖ ਤੱਕ ਸਾਰੇ ਦੇ ਸਾਰੇ ਬੜੇ ਵਧੀਆ ਜੀਵਨ ਨਿਰਵਾਹ ਕਰਦੇ ਆ। ਤੋ ਇਸ ਕਰਕੇ ਕਿਸਾਨੀ ਉਹ ਸੱਚਾ ਪੁੱਤਰ ਹੈ ਨੇਚਰ ਦਾ, ਕੁਦਰਤ ਦਾ, ਮਨੁੱਖਤਾ ਦਾ, ਜਿਹਨੂੰ ਬਚਾਉਣਾ ਸਾਡਾ ਸਭ ਦਾ ਧਰਮ ਹੈ। ਔਰ ਅਸੀਂ ਸਾਰੇ ਉਹਦੇ ਨਾਲ ਸਿੱਧੇ ਅਸਿੱਧੇ ਤੌਰ ਤੇ ਜੁੜੇ ਹੋਏ ਹਾਂ। ਕੱਲ ਨੂੰ ਜੇ ਕੰਪਨੀਆਂ ਦਾ ਕਬਜ਼ਾ ਹੋ ਜਾਂਦਾ ਖੇਤੀ ਦੇ ਉੱਪਰ, ਤਾਂ ਕੰਪਨੀਆਂ ਜੋ ਖਾਣਾ ਤੁਹਾਨੂੰ ਖਵਾਉਣਗੀਆਂ, ਉਹ ਖਾਣਾ ਬਹੁਤ ਹੀ ਨਿਖੁੱਤ ਹੋਏਗਾ। ਉਹ ਜੈਨੇਟਿਕਲੀ ਮੋਡੀਫਾਈਡ ਹੋਏਗਾ, ਉਹ ਕੈਮੀਕਲ ਬੇਸਡ ਹੋਏਗਾ, ਉਹ ਜੋ ਮਰਜ਼ੀ ਬਣਾਉਣਗੇ ਤੇ ਜੋ ਮਰਜ਼ੀ ਵੇਚਣਗੇ, ਤੁਹਾਡੀ ਕੋਈ ਉਹ ਸੇ ਨਹੀਂ ਹੋਏਗੀ। ਜੋ ਮਰਜ਼ੀ ਸਟੋਰ ਕਰਨਗੇ, ਜਿਸ ਮਰਜ਼ੀ ਭਾਅ ਲੈਣਗੇ, ਜਿਸ ਮਰਜ਼ੀ ਭਾਅ ਦੇਣਗੇ। ਤਾਂ ਪੂਰੀ ਦੀ ਪੂਰੀ ਗੁਲਾਮੀ ਜਿਹੜੀ ਹੈ, ਪੂਰੇ ਦੇ ਪੂਰੇ ਇਕੱਲੇ ਕਿਸਾਨੀ ਦੇ ਗੱਲ ਨਹੀਂ ਪੈਣੀ, ਪੂਰੇ ਦੇ ਪੂਰੇ ਸਮਾਜ ਦੇ ਗੱਲ ਪੈ ਜਾਣੀ ਗੁਲਾਮੀ ਉਹ। ਔਰ ਇੱਕ ਵਾਰੀ ਤੁਸੀਂ ਉਹਨਾਂ ਨੇ ਅਗਰ ਕਿਸਾਨੀ ਨੂੰ ਦਵਾ ਲਿਆ ਉਹਨਾਂ ਨੇ, ਤਾਂ ਮੈਂ ਸਮਝਦਾ ਕਿ ਇਹ ਗੁਲਾਮੀ ਸਾਡੇ ਗੱਲ ਪੈ ਗਈ। ਇਸ ਕਰਕੇ ਪੂਰੇ ਦੇ ਪੂਰੇ ਸਮਾਜ ਨੂੰ ਔਰ ਪੂਰੇ ਦੇ ਪੂਰੇ ਦੇਸ਼ ਨੂੰ ਅਲਰਟ ਹੋਣਾ ਚਾਹੀਦਾ ਹੈ। ਅੱਜ ਪੰਜਾਬ ਦੇ ਹਰ ਵਰਗ ਨੂੰ ਇਹਦੇ ਹੱਕ ਚ ਆਉਣਾ ਚਾਹੀਦਾ। ਕੋਈ ਵੀ ਸ਼ਖਸ ਮੈਂ ਸਮਝਦਾ ਜਿਹੜਾ ਥੋੜਾ ਜਿਹਾ ਚੇਤਨ ਹੈ, ਜਿਹੜਾ ਸਮਝਦਾ ਇਸ ਗੱਲ ਨੂੰ, ਉਹਨੂੰ ਅਪਿਜ ਨਹੀਂ ਰਹਿਣਾ ਚਾਹੀਦਾ। ਇਸ ਸਟਰਗਲ ਤੋਂ, ਇਸ ਸੰਘਰਸ਼ ਤੋਂ ਅੱਡ ਨਹੀਂ ਰਹਿਣਾ ਚਾਹੀਦਾ। ਉਹਨੂੰ ਇਸ ਸਟਰਗਲ ਦਾ ਸਿੱਧੇ ਰੂਪ ਚ ਹਿੱਸਾ ਬਣਨਾ ਚਾਹੀਦਾ ਔਰ ਕਿਸਾਨੀ ਦੇ ਹੱਕ 'ਚ ਖੜਨਾ ਚਾਹੀਦਾ। ਕਿਉਂਕਿ ਜਦੋਂ ਕੋਈ ਸਮਾਜ ਦੇ ਅੰਦਰ ਇਹ ਵਰਤਾਰਾ ਬਹੁਤ ਵੱਡਾ ਹੋ ਜਾਂਦਾ ਹੈ, ਤਾਂ ਫਿਰ ਉੱਤੇ ਜ਼ੁਲਮ ਕਰਨਾ ਬਹੁਤ ਔਖਾ ਹੁੰਦਾ ਹੈ। ਕਿਉਂਕਿ ਉਸੇ ਸਮਾਜ ਦੇ ਵਿੱਚੋਂ ਹੀ ਉਹ ਅਦਾਰੇ ਵੀ ਗਏ ਹੋਏ ਆ ਜਿਨ੍ਹਾਂ ਨੇ ਜ਼ੁਲਮ ਕਰਨਾ ਹੈ, ਜਿਹਦੇ ਰਾਹੀਂ ਜ਼ੁਲਮ ਕਰਵਾਉਣਾ ਹੈ। ਬਿਲਕੁਲ ਜੀ। ਜ਼ੁਲਮ ਕੋ ਬਾਨੀ ਆਪ ਕਿੱਥੋਂ ਕਰ ਲੈਣਗੇ? ਸਾਡੇ ਭੈਣ ਭਰਾਵਾਂ ਤੋਂ ਸਾਡੇ ਦੇ ਖਿਲਾਫ ਜ਼ੁਲਮ ਕਰਾਉਣਾ ਹੈ। ਉਹ ਸਾਡੇ ਭਰਾ ਪੁਲਿਸ ਨੇ, ਸਾਡੇ ਭੈਣ ਭਰਾ ਨੇ, ਸਾਡੇ ਭੈਣ ਭਰਾ ਜਿਹੜਾ ਇਹ ਵਰਤਾਰਾ ਨਾ, ਇਸ ਵਰਤਾਰੇ ਤੋਂ ਪੂਰੇ ਦੇ ਪੂਰੇ ਸਮਾਜ ਨੂੰ ਚੇਤਨ ਹੋ ਜਾਣਾ ਚਾਹੀਦਾ ਹੈ ਕਿ ਇਸ ਹਮਲੇ ਦਾ ਜੇ ਅਸੀਂ ਜਵਾਬ ਨਹੀਂ ਦੇ ਸਕਦੇ, ਤਾਂ ਸਮਝੋ ਗੁਲਾਮੀ ਸਾਡੇ ਨਾਲ ਪੈ ਗਈ। ਔਰ ਉਹ ਗੁਲਾਮੀ ਕਿੰਨਾ ਚਿਰ ਚੱਲੇਗੀ ਤੇ ਕੀ ਉਹਦੇ ਕਿੰਨੇ ਕਰੂਰ ਔਰ ਕਿੰਨੇ ਜ਼ਾਲਮ ਸਿੱਟੇ ਭੁਗਤਾਂਗੇ ਅਸੀਂ, ਕਿੰਨੀਆਂ ਵਿਧਵਾਵਾਂ ਹੋਣਗੀਆਂ, ਕਿੰਨੇ ਬੱਚੇ ਯਤੀਮ ਹੋਣਗੇ, ਕਿੰਨਾ ਦੁੱਖ ਭੋਗਾਂਗੇ, ਕਿੰਨੀਆਂ ਬਿਮਾਰੀਆਂ ਭੋਗਾਂਗੇ, ਕਿੰਨੇ ਬੱਚੇ ਅਪੰਗ ਹੋਣਗੇ। ਇਹ ਸਾਰੇ ਦਾ ਸਾਰਾ ਵਰਤਾਰਾ ਜਿਹੜਾ ਹੈ, ਇਹ ਵੱਡੇ ਪੱਧਰ ਤੇ ਸਾਨੂੰ ਦੇਖਣਾ ਪੈਣਾ। ਇਸ ਕਰਕੇ ਅੱਜ ਸਾਡਾ ਹਰ ਵਿਅਕਤੀ ਦਾ, ਹਰ ਸ਼ਹਿਰੀ ਦਾ, ਹਰ ਪੰਜਾਬੀ ਦਾ, ਹਰ ਹਰਿਆਣਵੀ ਦਾ, ਹਰ ਦੇਸ਼ ਵਾਸੀ ਦਾ ਫਰਜ਼ ਹੈ ਕਿ ਅਸੀਂ ਇਸ ਕਿਸਾਨੀ ਦੀ ਲਹਿਰ ਦੇ ਪਿੱਛੇ ਥੰਮ ਵਾਂਗੂ ਖੜੀਏ, ਉਹਦਾ ਹਿੱਸਾ ਬਣੀਏ, ਤਾਂ ਕਿ ਜ਼ਾਲਮ ਜਿਹੜਾ ਹੈ ਉਹਦਾ ਇਹ ਧਈਆ ਨਾ ਪਵੇ ਕੋਈ ਜ਼ੁਲਮ ਕਰ ਸਕੇ। ਕਿਉਂਕਿ ਜੇ ਹੁਣ ਜ਼ੁਲਮ ਹੋਇਆ ਤਾਂ ਬਹੁਤ ਵੱਡੇ ਪੱਧਰ ਤੇ ਜ਼ੁਲਮ ਹੋਏਗਾ, ਬਹੁਤ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਹੋਣਗੀਆਂ, ਮਾਰਕੁੱਟ ਹੋਏਗੀ, ਗੋਲੀਆਂ ਚੱਲਣਗੀਆਂ, ਲਾਠੀਆਂ ਚੱਲਣਗੀਆਂ। ਇਹ ਜਿਹੜਾ ਜ਼ੁਲਮ ਹੈ, ਉਹਨੂੰ ਰੋਕਣ ਦਾ ਇੱਕੋ ਤੇ ਇੱਕ ਤਰੀਕਾ ਹੈ ਕਿ ਇਸ ਪੂਰੇ ਦਾ ਪੂਰਾ ਸਮਾਜ ਕਿਸਾਨੀ ਦੇ ਪਿੱਛੇ ਖੜਾ ਹੋ ਜਾਵੇ। YouTube ਚੈਨਲ ਦਰਬਾਰੇ ਖਾਲਸਾ ਨੂੰ ਲਾਈਕ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਹੁੰਗਾਰਾ ਸਾਡੀ ਖੁਰਾਕ। ਆਗਿਆ ਦਿਓ, ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।